एवरीवन वेलकम बैक टू माय चैनल BA ਸਮੈਸਟਰ 6 सोशियोलॉजी ਦੀ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ। ਚੈਪਟਰ ਨੰਬਰ 3 ਅੱਜ ਆਪਾਂ ਕਵਰ ਕਰਾਂਗੇ। ਚੈਪਟਰ ਨੰਬਰ 1 ਸੋਸ਼ਲ ਰਿਸਰਚ, ਚੈਪਟਰ ਨੰਬਰ 2 ਦ ਸਾਇੰਟਿਫਿਕ ਮੈਥਡ ਆਪਾਂ ਕਵਰ ਕਰ ਚੁੱਕੇ ਹਾਂ। ਅੱਜ ਹਾਈਪੋਥੇਸਿਸ ਆਪਾਂ ਕੰਪਲੀਟ ਕਰਾਂਗੇ, ਪਰਿਕਲਪਨਾ ਜਾਂ ਫਿਰ ਉਪਕਲਪਨਾ। ਸੋ ਦੋਸਤੋ, ਮੈਂ ਆਪਣੇ ਚੈਨਲ ਤੇ ਸੋਸ਼ੀਓਲੋਜੀ ਤੋਂ ਇਲਾਵਾ ਕਾਫੀ ਸਾਰੇ ਸਬਜੈਕਟਸ ਦੀ ਤਿਆਰੀ ਕਰਾ ਰਹੀ ਹਾਂ, BA ਸਮੈਸਟਰ 2, 4 ਅਤੇ 6 ਦੀ। ਚੈਨਲ ਨੂੰ ਦੱਬ ਕੇ BA ਦੇ ਵਿਦਿਆਰਥੀਆਂ ਨਾਲ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ ਅਤੇ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲੇ। ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ, ਉੱਥੇ ਵੀ ਕਾਫੀ ਸਾਰੇ ਨੋਟਸ, PDFs, ਲਿੰਕਸ, ਅਪਡੇਟਸ ਮੈਂ ਪ੍ਰੋਵਾਈਡ ਕਰਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਸੋ ਪਰਿਕਲਪਨਾ ਦਾ ਅਰਥ, ਜੇ ਆਪਾਂ ਪਰੀ ਦੀ ਗੱਲ ਕਰੀਏ ਤਾਂ ਪਰੀ ਦਾ ਮਤਲਬ ਹੈ ਕਿ ਪੂਰਵ, ਆਪਾਂ ਪਹਿਲਾਂ ਹੀ ਕੋਈ ਚੀਜ਼ ਸੋਚ ਲਈਏ। ਤੇ ਕਲਪਨਾ ਦਾ ਜਿਹੜਾ ਅਰਥ ਹੈ ਉਹ ਹੈ ਆਪਾਂ ਕੋਈ ਚੀਜ਼ ਇਮੈਜਿਨ ਕਰ ਰਹੇ ਹਾਂ, ਠੀਕ ਹੈ, ਕੋਈ ਚੀਜ਼ ਆਪਾਂ ਮੰਨ ਰਹੇ ਹਾਂ ਤਾਂ ਉਸਨੂੰ ਆਪਾਂ ਕਵਾਂਗੇ, ਠੀਕ ਹੈ। ਤਾਂ ਪਰਿਕਲਪਨਾ ਦਾ ਅਰਥ, ਉਹਨੂੰ ਉਪਕਲਪਨਾ ਵੀ ਕਦੇ ਕਦੇ ਕਹਿੰਦੇ ਹਾਂ। ਸੋ ਅਗਰ ਪੇਪਰ ਦੇ ਵਿੱਚ ਦੋਨਾਂ ਦੇ ਵਿੱਚੋਂ ਕੋਈ ਵੀ ਆ ਜਾਏ ਤਾਂ ਥੋੜਾ ਕਨਫਿਊਜ਼ ਨਹੀਂ ਹੋਣਾ, ਤਾਂ ਇੰਗਲਿਸ਼ ਵਿੱਚ ਪੜ੍ਹ ਲੈਣਾ ਕਿ ਉਸਦਾ ਮੀਨਿੰਗ ਕੀ ਹੈਗਾ। ਤਾਂ ਹਾਈਪੋਥੇਸਿਸ ਹੈ ਲਾਈਕ ਅਸੀਂ ਜਦੋਂ ਕਿਸੇ ਥਾਂ 'ਤੇ ਜਾਣਾ ਹੈ, ਲਾਈਕ ਆਪਾਂ ਲੇਡੀ ਫਾਤਮਾ ਸਕੂਲ ਹੈ ਪਟਿਆਲੇ, ਉੱਥੇ ਜਾਣਾ ਹੈ ਤਾਂ ਆਪਾਂ ਕਈ ਵਾਰ ਗੂਗਲ 'ਤੇ ਜਿਹੜਾ ਹੈਗਾ ਉਹਨੂੰ ਭਰ ਕੇ ਵੀ ਜਾ ਸਕਦੇ ਹਾਂ ਵੈਸੇ ਅੱਜ ਕੱਲ੍ਹ ਤਾਂ। ਲੇਕਿਨ ਅਗਰ ਆਪਾਂ ਵੈਸੇ ਹੀ ਕਿਤੇ ਜਾਣਾ ਹੋਵੇ ਤਾਂ ਸਾਨੂੰ ਕੋਈ ਦੱਸੇਗਾ ਕਿ ਤੁਸੀਂ ਅਜੀਤ ਨਗਰ ਕੋਲ ਜਾਣਾ ਹੈ, 22 ਨੰਬਰ ਫਾਟਕ ਤੋਂ ਇੱਦਾਂ ਜਾਓਗੇ, ਇੱਧਰ ਟਰਨ ਲਓਗੇ ਤਾਂ ਤੁਹਾਡਾ ਜਿਹੜਾ ਹੈ ਸਕੂਲ ਤੁਹਾਨੂੰ ਮਿਲ ਜੂਗਾ, ਠੀਕ ਹੈ। ਤਾਂ ਕੁਝ ਕੁ ਸਾਨੂੰ ਅਨੁਭਵ ਹੋਏਗਾ ਕਿ ਹਾਂ 22 ਨੰਬਰ ਫਾਟਕ ਤਾਂ ਅਸੀਂ ਦੇਖਿਆ ਹੈ ਜਾਂ ਫਿਰ ਫਲਾਣੀ ਚੀਜ਼ ਤਾਂ ਅਸੀਂ ਦੇਖੀ ਹੈ। ਤਾਂ ਅਸੀਂ ਸੂਚਨਾ ਕਿਸੇ ਤੋਂ ਪੁੱਛ ਪੱਛ ਕੇ, ਹੈ ਨਾ, ਆਪਣੇ ਅਨੁਭਵ ਦੇ ਆਧਾਰ 'ਤੇ ਉਸ ਥਾਂ ਦਾ ਥੋੜ੍ਹਾ ਜਿਹਾ ਐਜ਼ਿਊਮ, ਲਾਈਕ ਅਨੁਮਾਨ ਜਿਹਾ ਲਗਾ ਲੈਂਦੇ ਹਾਂ ਕਿ ਹਾਂ ਅਸੀਂ ਉੱਥੇ ਕੁ ਜਾਣਾ ਹੈ। ਉੱਥੇ ਜਾ ਕੇ ਅਸੀਂ ਪੁੱਛ ਪੱਛ ਕੇ ਪਹੁੰਚ ਜਾਂਦੇ ਹਾਂ, ਹੈ ਨਾ। ਤਾਂ ਰਸਤੇ 'ਚ ਅਸੀਂ ਕਈ ਵਾਰ ਗਲਤੀ ਵੀ ਕਰਦੇ ਹਾਂ, ਹੋ ਸਕਦਾ ਲਾਈਕ ਅਸੀਂ ਗੂਗਲ ਮੈਪ ਵੀ ਮਤਲਬ ਕਿ ਯੂਜ਼ ਕਰ ਰਹੇ ਹਾਂ ਤਾਂ ਕਈ ਵਾਰ ਉਹ ਵੀ ਗਲਤ ਹੋ ਜਾਂਦਾ। ਤਾਂ ਗਲਤੀ ਵੀ ਕਰ ਲੈਂਦੇ ਹਾਂ ਰਸਤੇ ਦੇ ਵਿੱਚ, ਕੋਈ ਗਲਤ ਰਸਤੇ 'ਤੇ ਵੀ ਜਾ ਸਕਦੇ ਹਾਂ, ਪਰ ਐਂਡ 'ਚ ਅਸੀਂ ਆਪਣੇ ਸਹੀ ਰਸਤੇ 'ਤੇ ਪਹੁੰਚ ਜਾਂਦੇ ਹਾਂ। ਤਾਂ ਅਸੀਂ ਜਿਹੜਾ ਅਨੁਮਾਨ ਜਿਹਾ ਲਗਾਉਂਦੇ ਹਾਂ ਤਾਂ ਆਪਾਂ ਉਹਨੂੰ ਸੋਸ਼ਲ ਸਾਇੰਸ ਦੇ ਵਿੱਚ, ਸੋਸ਼ੋਲੋਜੀ ਦੇ ਵਿੱਚ ਉਸਨੂੰ ਹਾਈਪੋਥੇਸਿਸ ਕਹਿੰਦੇ ਹਾਂ। ਕਿਉਂਕਿ ਰਿਸਰਚ, ਕਿਉਂਕਿ ਆਪਣਾ ਪੂਰਾ ਚੈਪਟਰ ਜਿਹੜਾ ਹੈ, ਅਗਰ ਆਪਾਂ ਪੂਰੇ ਪੇਪਰ ਦੀ ਵੀ ਗੱਲ ਕਰੀਏ ਤਾਂ ਸੋਸ਼ਲ ਸਾਇੰਸ ਰਿਸਰਚ ਮੈਥਡ ਤੁਹਾਡੇ ਪੇਪਰ ਦਾ ਨਾਮ ਹੈ। ਤਾਂ ਪੂਰੇ ਦਾ ਪੂਰਾ ਤੁਹਾਡਾ ਪੇਪਰ, ਯਾਨੀ ਕਿ ਤੁਹਾਡੀ ਪੂਰੀ ਬੁੱਕ ਜਿਹੜੀ ਹੈਗੀ, ਤੁਹਾਡਾ ਪੂਰਾ ਸਿਲੇਬਸ ਕੰਟੈਂਟ ਜਿਹੜਾ ਹੈਗਾ ਉਹ ਸੋਸ਼ਲ ਰਿਸਰਚ 'ਤੇ ਟਿਕਿਆ ਹੋਇਆ ਕਿ ਸੋਸ਼ਲ ਰਿਸਰਚ ਤੁਸੀਂ ਸਮਾਜਿਕ ਖੋਜ ਕਿੱਦਾਂ ਕਰਨੀ ਹੈ, ਕਿਹੜਾ ਮੈਥਡ ਯੂਜ਼ ਕਰਨਾ ਹੈ, ਕਿਵੇਂ ਕਿਵੇਂ ਤੁਸੀਂ ਜਿਹੜੇ ਹੈਗੇ ਸਟੈਪਸ ਫੋਲੋ ਕਰਨੇ ਹੈ, ਅਤੇ ਲਾਈਕ ਲਿਟਰੇਚਰ ਕਿੱਦਾਂ ਪੜ੍ਹਨਾ ਹੈਗਾ, ਡਾਟਾ ਕਿੱਥੋਂ ਇਕੱਠਾ ਕਰਨਾ ਹੈ। ਸੋ ਸਾਰੀ ਜਿਹੜੀ ਹੈ ਰਿਪੋਰਟ ਰਾਈਟਿੰਗ ਤੱਕ ਤੁਹਾਨੂੰ ਜਿਹੜਾ ਹੈਗਾ ਇਹਨਾਂ ਚੈਪਟਰਸ ਦੇ ਵਿੱਚ ਜਿਹੜਾ ਹੈਗਾ ਆਪਾਂ ਪਤਾ ਕਰ ਸਕਦੇ ਹਾਂ, ਹੈ ਨਾ। ਸੋ ਸਾਡਾ ਅਨੁਮਾਨ ਸਹੀ ਹੈ ਜਾਂ ਗਲਤ ਹੈਗਾ, ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਇਹਨੂੰ ਉਪਕਲਪਨਾ ਦਾ ਸਿਧਾਂਤ ਕਹਿੰਦੇ ਆ। ਕਿ ਅਗਰ ਅਸੀਂ ਕੋਈ ਰਿਸਰਚ ਕਰਨੀ ਹੈਗੀ ਹੈ ਤਾਂ ਥੋੜ੍ਹਾ ਜਿਹਾ ਸਾਡਾ ਐਕਸਪੀਰੀਅੰਸ ਹੁੰਦਾ, ਥੋੜ੍ਹਾ ਜਿਹਾ ਅਸੀਂ ਸੂਚਨਾ ਲੈ ਲੈਂਦੇ ਹਾਂ ਅਤੇ ਫਿਰ ਇੱਕ ਆਪਣੇ ਐਜ਼ਿਊਮ ਜਿਹਾ ਕਰ ਲੈਂਦੇ ਹਾਂ, ਆਪਣੇ ਮਨ ਦੇ ਵਿੱਚ ਇਮੈਜੀਨੇਸ਼ਨ ਕਰ ਲੈਂਦੇ ਹਾਂ ਕਿ ਅਸੀਂ ਜਿਹੜਾ ਹੈਗਾ ਕੀ ਕੀ ਕਰਨਾ। ਹੋ ਸਕਦਾ ਇਹ ਮੈਂ ਆਪਣਾ ਜਿਹੜੀ ਉਪਕਲਪਨਾਵਾਂ ਨੇ ਆਪਣੀਆਂ ਸਹੀ ਵੀ ਹੋ ਸਕਦੀਆਂ ਨੇ, ਗਲਤ ਵੀ ਹੋ ਸਕਦੀਆਂ। ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਸਹੀ ਹੋਣ, ਹੋ ਸਕਦਾ ਕਿ ਸਾਡੇ ਅਨੁਮਾਨ ਜਿਹੜੇ ਹੈਗੇ ਗਲਤ ਹੋਣ। ਤਾਂ ਸਮਾਜਿਕ ਘਟਨਾਵਾਂ ਦੇ ਵਿਗਿਆਨਕ ਅਧਿਐਨ ਵਿੱਚ ਪਰਿਕਲਪਨਾ ਦਾ ਬਹੁਤ ਮਹੱਤਵ ਹੈ, ਕਿਉਂਕਿ ਪਰਿਕਲਪਨਾ ਦਾ ਨਿਰਮਾਣ ਜਿਹੜਾ ਹੈਗਾ ਉਹ ਉਸਦਾ ਉਪਯੋਗ ਅਤੇ ਨਿਰਮਾਣ ਵਿਗਿਆਨਕ ਵਿਧੀ ਦਾ ਇੱਕ ਮਹੱਤਵਪੂਰਨ ਚਰਨ ਹੈ। ਕਿਉਂਕਿ ਅਸੀਂ ਜਦੋਂ ਕੋਈ ਸੋਸ਼ਲ ਰਿਸਰਚ ਕਰਦੇ ਹੈਗੇ, ਵਿਗਿਆਨਕ ਵਿਧੀ ਨਾਲ ਕਰਦੇ ਹਾਂ, ਤਾਂ ਸਾਨੂੰ ਹਾਈਪੋਥੇਸਿਸ ਦਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ। ਤਾਂ ਕੋਈ ਵੀ ਸਮਾਜਿਕ ਖੋਜ ਹੈਗੀ ਹੈ, ਸਮਾਜਿਕ ਸਮੱਸਿਆ ਹੈਗੀ, ਸੋਸ਼ਲ ਇਸ਼ੂ ਹੈਗਾ, ਤਾਂ ਖੋਜ ਕਰਤਾ ਜਿਹੜਾ ਰਿਸਰਚਰ ਹੁੰਦਾ ਕੁਝ ਪਰਿਕਲਪਨਾਵਾਂ ਬਣਾਉਂਦਾ ਅਤੇ ਉਹਨਾਂ ਦੇ ਆਧਾਰ 'ਤੇ ਹੀ ਆਪਣੀ ਖੋਜ ਦਾ ਕੰਮ ਵਧਾਉਂਦਾ ਹੈ ਨਾ। ਹੁਣ ਲਾਈਕ ਮੈਂ ਪਿੱਛੇ ਵੀ ਚੈਪਟਰ 'ਚ ਗੱਲ ਕੀਤੀ ਸੀਗੀ ਕਿ ਅਗਰ ਮੈਂ ਆਈਲੈਟ ਸੈਂਟਰ ਦੇ ਬਾਰੇ ਖੋਜ ਕਰਨੀ ਹੈਗੀ ਹੈ ਕਿ ਪੂਰੇ ਇੰਡੀਆ ਵਿੱਚ ਕਿੰਨੇ ਆਈਲੈਟ ਸੈਂਟਰ ਹੈ, ਤਾਂ ਮੈਂ ਜਿਹੜਾ ਹੈ ਥੋੜ੍ਹਾ ਜਿਹਾ ਜ਼ੂਮ ਕਰ ਲਾਂਗੀ ਕਿ ਪੰਜਾਬ 'ਚ ਇੰਨੇ ਹੈ ਤਾਂ ਆਪਣੀਆਂ ਸਟੇਟਸ ਕਿੰਨੀਆਂ ਨੇ, ਆਪਣੀਆਂ UTs ਕਿੰਨੀਆਂ, ਉਹਨਾਂ ਦੇ ਅਕੋਰਡਿੰਗ ਜਿਹੜਾ ਹੈਗਾ ਕਿੰਨੇ ਕੁ ਆਈਲੈਟ ਸੈਂਟਰ ਹੋ ਸਕਦੇ ਨੇ, ਹੈ ਨਾ। ਤਾਂ ਮਤਲਬ ਕਿ ਥੋੜ੍ਹਾ ਜਿਹਾ ਐਜ਼ਿਊਮ ਮੈਂ ਕਰ ਲਾਂਗੀ, ਥੋੜ੍ਹੀ ਜਿਹੀ ਮੈਨੂੰ ਨੌਲੇਜ ਵੀ ਹੈਗੀ ਹੈ ਕਿ ਅਗਰ ਪਟਿਆਲੇ ਪੰਜਾਬ ਦੇ ਵਿੱਚ ਇੰਨੇ ਨੇ, ਪਟਿਆਲੇ ਜ਼ਿਲ੍ਹੇ ਦੇ ਵਿੱਚ ਇੰਨੇ ਹੈ, ਤਾਂ ਪੰਜਾਬ ਦੇ ਪੂਰੇ ਜ਼ਿਲ੍ਹੇ 'ਚ ਕਿੰਨੇ ਹੋਣਗੇ, ਹੈ ਨਾ। ਪੂਰੇ ਇੰਡੀਆ ਦੇ ਸਟੇਟਸ, ਰਾਜਾਂ 'ਚ ਕਿੰਨੇ ਹੋਣਗੇ, UTs ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕਿੰਨੇ ਹੋਣਗੇ। ਤਾਂ ਥੋੜ੍ਹਾ ਜਿਹਾ ਜਿਹੜਾ ਹੈਗਾ ਆਪਣਾ ਬੇਸ ਜਿਹਾ ਬਣਾ ਲਾਂਗੇ ਅਤੇ ਆਪਣੇ ਖੋਜ ਦਾ ਕੰਮ ਜਿਹੜਾ ਹੈ ਆਪਾਂ ਅੱਗੇ ਵਧਾਵਾਂਗੇ। ਤਾਂ ਅਗਰ ਸਾਨੂੰ ਹਾਈਪੋਥੇਸਿਸ ਨਹੀਂ ਕੀਤਾ ਤਾਂ ਸਾਡੇ ਵਿਸ਼ੇ ਦਾ ਖੇਤਰ ਜਿਹੜਾ ਹੈ ਅਨਿਸ਼ਚਿਤ ਹੋ ਜਾਂਦਾ, ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਖੋਜ ਜਿਹੜੀ ਹੈਗੀ ਹੈ ਕਿਹੜੀ ਦਿਸ਼ਾ 'ਚ ਕਰ ਰਹੇ ਹਾਂ। ਸੋ ਹਨੇਰੇ 'ਚ ਟੱਕਰਾਂ ਮਾਰਨ ਵਾਲੀ ਗੱਲ ਹੋ ਜਾਂਦੀ ਹੈ। ਸੋ ਖੋਜ ਕਰਤਾ ਯਾਨੀ ਕਿ ਰਿਸਰਚਰ ਜਿਹੜਾ ਹੈ ਆਪਣੇ ਤੱਥਾਂ ਦਾ ਨਿਰੀਖਣ, ਸੰਕਲਨ ਜਿਹੜਾ ਹੈ ਉਹ ਕਿਸੇ ਦੇ ਅਕੋਰਡਿੰਗ ਕਰਦਾ, ਕਲਪਨਾ ਦੇ ਤਜਰਬੇ ਦੇ ਅਕੋਰਡਿੰਗ ਅਤੇ ਕਿਸੇ ਸੋਰਸ ਦੇ ਅਕੋਰਡਿੰਗ। ਤਾਂ ਉਹ ਜਿਹੜਾ ਹੈ ਇੱਕ
ਤਰਕਵਾਕ ਇੱਕ ਲੌਜੀਕਲ ਥਿੰਕਿੰਗ ਦਾ ਨਿਰਮਾਣ ਕਰ ਲੈਂਦਾ ਹੈ, ਫਿਰ ਉਸਦੀ ਪੜਤਾਲ ਕਰਦਾ ਕਿ ਇਹ ਚੀਜ਼ ਸਹੀ ਸੀ, ਤਾਂ ਉਸਨੂੰ ਕੀ ਕਹਿੰਦੇ ਨੇ, ਪਰਿਕਲਪਨਾ। ਹੌਲੀ ਹੌਲੀ ਜਿਹੜਾ ਹੈਗਾ ਤੁਹਾਨੂੰ ਇਸ ਚੀਜ਼ ਦਾ ਥੋੜਾ ਬੇਸ ਤੁਹਾਡਾ ਬਣਦਾ ਜਾਏਗਾ ਕਿ ਪਰਿਕਲਪਨਾ ਹੁੰਦੀ ਕੀ ਹੈ। ਸੋ ਇੱਕ ਲੌਜੀਕਲ ਥਿੰਕਿੰਗ ਜਿਹੜੀ ਹੁੰਦੀ ਹੈ ਉਸਨੂੰ ਆਪਾਂ ਪਰਿਕਲਪਨਾ ਕਹਿੰਦੇ ਹਾਂ। ਤਾਂ ਪਰਿਕਲਪਨਾ ਦਾ ਮਤਲਬ ਹੈਗਾ ਜਿਹੜੀ ਚੀਜ਼ ਅਸੀਂ ਮੰਨ ਕੇ ਚੱਲਦੇ ਹਾਂ, ਜਿਹੜੀ ਚੀਜ਼ ਅਸੀਂ ਪੂਰਵ ਚਿੰਤਨ ਕਰ ਲੈਂਦੇ ਹਾਂ, ਪ੍ਰੀ ਅਜ਼ਿਊਮਡ ਕਰ ਲੈਂਦੇ ਹਾਂ। ਤਾਂ ਪੂਰਵ ਅਨੁਮਾਨ ਦਾ ਮਤਲਬ, ਪੂਰਵ ਚਿੰਤਨ ਦਾ ਮਤਲਬ ਕੀ ਹੈਗਾ ਕਿ ਜਿਸ ਆਧਾਰ 'ਤੇ ਖੋਜ ਗਿਆਨ ਨੂੰ ਇੱਕ ਦਿਸ਼ਾ ਪ੍ਰਦਾਨ ਕੀਤੀ ਜਾਂਦੀ ਹੈ ਉਹਨੂੰ ਪਰਿਕਲਪਨਾ ਕਹਿੰਦੇ ਹਾਂ। ਕਿ ਅਸੀਂ ਇਹਦੇ ਵਿੱਚ ਹਾਈਪੋਥੇਸਿਸ ਦਾ ਮਤਲਬ ਆਪਾਂ ਦੇਖੀਏ ਤਾਂ ਓਵਰਆਲ ਇਹ ਹੈਗਾ ਕਿ ਜਦੋਂ ਅਸੀਂ ਸਮਾਜਿਕ ਖੋਜ ਕਰਨ ਦੇ ਲਈ ਅਸੀਂ ਆਪਣੇ ਦਿਮਾਗ ਦੇ ਵਿੱਚ ਕੋਈ ਥੋੜ੍ਹੀ ਜਿਹੀ ਅਨੁਭਵ ਦੇ ਅਕੋਰਡਿੰਗ, ਸੂਚਨਾ ਦੇ ਅਕੋਰਡਿੰਗ ਜਿਹੜੀ ਅਨੁਮਾਨ ਜਿਹਾ ਲਗਾ ਲੈਂਦੇ ਹਾਂ ਉਸਨੂੰ ਆਪਾਂ ਪਰਿਕਲਪਨਾ ਕਹਿੰਦੇ ਹਾਂ। ਸੋ ਪਰਿਕਲਪਨਾ ਦੀ ਆਪਾਂ ਫਿਰ ਡੈਫੀਨੇਸ਼ਨਸ ਕਰਾਂਗੇ ਕਿ ਪਰਿਕਲਪਨਾ ਜਿਹੜੀ ਹੈਗੀ ਹੈ ਇੱਕ ਆਮ ਜਿਹਾ ਵਿਚਾਰ ਕਿਹਾ ਜਾ ਸਕਦਾ ਜਿਹੜਾ ਕਿ ਖੋਜ ਦੇ ਦੌਰਾਨ ਪੜਤਾਲ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਅਸੀਂ ਅਨੁਮਾਨ ਬਣਾਇਆ ਹੈਗਾ ਕਿ ਇਹਦਾ ਆਨਸਰ ਯੈਸ ਆਏਗਾ, ਨੋ ਆਏਗਾ, ਇਸ ਕੁਐਸਚਨ ਦਾ ਇਹ ਆਨਸਰ ਹੋਏਗਾ ਕਿ ਉਹ ਸਹੀ ਹੈ, ਤਾਂ ਉਸਨੂੰ ਅਸੀਂ ਵੈਰੀਫਿਕੇਸ਼ਨ ਕਰਦੇ ਹਾਂ, ਪੜਤਾਲ ਕਰਦੇ ਹਾਂ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹੈਗੇ ਆ, ਪਰਿਕਲਪਨਾ। ਸੋ ਪਰੀਖਣ ਦੇ ਟਾਈਮ ਇਹ ਸੱਚ ਵੀ ਸਾਬਿਤ ਹੋ ਸਕਦੀ ਹੈ ਅਤੇ ਝੂਠ ਵੀ। ਜਦੋਂ ਅਸੀਂ ਰਿਸਰਚ ਕਰਦੇ ਹਾਂ ਨਾ ਤਾਂ ਸਾਡੀ ਹਾਈਪੋਥੇਸਿਸ ਸਹੀ ਵੀ ਹੋ ਸਕਦੇ ਹੈ, ਯੈਸ ਵੀ ਹੋ ਸਕਦੇ ਆ ਅਤੇ ਨੋ ਵੀ ਹੋ ਸਕਦੇ ਆ। ਗੁੱਡ ਅਤੇ ਹੈਟ ਨੇ ਉਹਨਾਂ ਨੇ ਆਪਣੀ ਕਿਤਾਬ ਜਿਹੜੀ ਲਿਖੀ ਹੈ ਮੈਥਡਸ ਇਨ ਸੋਸ਼ਲ ਰਿਸਰਚ, ਉਹਦੇ ਵਿੱਚ ਕੀ ਲਿਖਿਆ ਹੈਗਾ, ਕਹਿੰਦੇ ਪਰਿਕਲਪਨਾ ਹਾਈਪੋਥੇਸਿਸ ਕੀ ਹੈਗਾ, ਫਿਊਚਰ ਵੱਲ ਦਿਖਦੀ ਹੈ। ਇੱਕ ਤਰਕਪੂਰਨ ਵਾਕ ਹੁੰਦਾ, ਇੱਕ ਸਿਰਫ ਇਹ ਹੁੰਦਾ ਕਿ ਇਹਦਾ ਜਵਾਬ ਕੀ ਆਏਗਾ, ਯੈਸ ਆਏਗਾ ਕਿ ਨੋ। ਹੁਣ ਲਾਈਕ ਮੈਂ ਆਪਣੇ ਕੁਐਸਚਨਸ ਦਾ ਆਨਸਰ ਕਿ ਆਈਲੈਟਸ ਸੈਂਟਰ ਜਿਹੜੇ ਨੇ ਘੱਟੋ ਘੱਟ 50,000 ਨੇ ਪੂਰੇ ਇੰਡੀਆ ਦੇ ਵਿੱਚ, ਤਾਂ ਮੈਂ ਇਹ ਜ਼ੂਮ ਲਗਾ ਕੇ ਚੱਲਦੀ ਹਾਂ। ਤਾਂ ਫਿਰ ਮੈਂ ਅਸਲੀਅਤ ਪਰਖਦੀ ਹਾਂ, ਸਰਵੇ ਕਰਦੀ ਹਾਂ, ਰਿਪੋਰਟ ਕਰਦੀ ਹਾਂ, ਥਾਂ ਥਾਂ 'ਤੇ ਜਾਂਦੀ ਹਾਂ, ਤਾਂ ਇਹ ਸੱਚ ਵੀ ਹੋ ਸਕਦਾ ਕਿ 50,000 ਨੇ, ਹੋ ਸਕਦਾ ਕਿ ਗਲਤ ਵੀ ਹੋਣ। ਤਾਂ ਬੋਗਾਰਡਸ ਕਹਿ ਰਹੇ ਨੇ ਕਿ ਪਰਿਕਲਪਨਾ ਜਿਹੜੀ ਹੈਗੀ ਹੈ ਉਹ ਕੀ ਹੈਗੀ ਹੈ, ਇੱਕ ਪ੍ਰੈਪੋਜੀਸ਼ਨ, ਤਰਕਵਾਕ ਹੈ ਜਿਸ ਦੀ ਪ੍ਰੀਖਿਆ ਕੀਤੀ ਜਾ ਸਕਦੀ ਹੈ, ਮਤਲਬ ਅਸੀਂ ਉਸਨੂੰ ਕੀ ਹੈ, ਪਰਖ ਸਕਦੇ ਹਾਂ। ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਪਰਿਕਲਪਨਾ। ਉਸ ਤੋਂ ਬਾਅਦ ਜਿਹੜਾ ਹੈ ਬੋਗਾਰਡਸ ਦੀ ਕੀਤੀ, ਅਤੇ ਉਸ ਤੋਂ ਬਾਅਦ 'ਚ ਆਪਾਂ ਲੂਨਬਰਗ ਦੀ ਕਰ ਰਹੇ ਹਾਂ ਕਿ ਪਰਿਕਲਪਨਾ ਇੱਕ ਅਸਥਾਈ ਸਮਾਨੀਕਰਨ ਹੈ ਜਿਸ ਦੀ ਪ੍ਰਮਾਣਕਤਾ ਦਾ ਪਰੀਖਣ ਅਜੇ ਕਰਨਾ ਹੈ। ਤਾਂ ਇੱਕ ਆਪਾਂ ਕੀ ਕਰ ਲੈਂਦੇ, ਇੱਕ ਸਮਾਨੀਕਰਨ ਲਈ ਇੱਕ ਜਿਹੜਾ ਹੈਗਾ ਆਪਾਂ ਇੱਕ ਵਾਕ ਚੁਣ ਲੈਂਦੇ ਹੈਗੇ, ਤਾਂ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਅਸੀਂ ਉਸਨੂੰ ਵੈਰੀਫਿਕੇਸ਼ਨ ਨਾਲੇ ਕਰਦੇ ਹਾਂ। ਤਾਂ ਗਿਨਰ ਕੀ ਕਹਿ ਰਹੇ ਨੇ, ਸੋ ਜਿਨਰ ਕਹਿ ਰਹੇ ਨੇ ਕਿ ਇੱਕ ਪਰਿਕਲਪਨਾ ਜਿਹੜੀ ਹੈਗੀ ਹੈ ਘਟਨਾਵਾਂ ਦੇ ਵਿਚਕਾਰ ਕਾਰਨਾਤਮਕ ਕਿ ਕਿਉਂ ਹੋਈ ਹੈ ਅਤੇ ਅੰਤਰ, ਠੀਕ ਹੈ। ਸੋ ਇਹਦੇ ਵਿਸ਼ੇ ਦਾ ਇੱਕ ਅਨੁਮਾਨ ਹੈ। ਤਾਂ ਮਤਲਬ ਕੀ ਹੈਗਾ, ਪਰਿਕਲਪਨਾ ਕੀ ਹੈਗੀ ਹੈ, ਇੱਕ ਇਹੋ ਜਿਹਾ ਪੂਰਵ ਵਿਚਾਰ ਹੈ, ਪ੍ਰੀ ਅਜ਼ਿਊਮਡ ਜਿਹੜੀ ਥਿੰਕਿੰਗ ਹੈਗੀ ਹੈ, ਪੂਰਵ ਅਨੁਮਾਨ ਅਸੀਂ ਲਗਾ ਲੈਂਦੇ ਹਾਂ। ਕਲਪਨਾਤਮਕ ਵਿਚਾਰ ਹੈ, ਟੋਟਲ ਕਲਪਨਾ ਹੁੰਦੀ ਹੈ, ਇਹ ਸਾਡੇ ਕਿਸ 'ਤੇ ਬੇਸ ਹੁੰਦੀ ਹੈ, ਜਿਹੜੀ ਆਪਾਂ ਕਲਪਨਾ ਕਰਦੇ ਹੈਗੇ ਹਾਂ ਸਾਡੇ ਐਕਸਪੀਰੀਅੰਸ 'ਤੇ ਅਤੇ ਜਿਹੜੀ ਅਸੀਂ ਆਲੇ ਦੁਆਲੇ ਤੋਂ ਨੌਲੇਜ ਗੇਨ ਕਰਦੇ ਹੈਗੇ ਹਾਂ ਉਸ ਦੇ ਆਧਾਰ 'ਤੇ। ਤਾਂ ਜਿਹੜਾ ਖੋਜਕਰਤਾ ਰਿਸਰਚਰ ਹੁੰਦਾ ਉਹ ਕੀ ਕਰਦਾ, ਖੋਜ ਦੀ ਸਮੱਸਿਆ ਦੇ ਬਾਰੇ ਪਹਿਲਾਂ ਤੋਂ ਹੀ ਇੱਕ ਨਾ ਆਈਡੀਆ ਜਿਹਾ ਬਣਾ ਲੈਂਦਾ ਹੈ, ਅਤੇ ਉਸ ਦੇ ਨਾਲ ਕੀ ਕਰਦਾ ਹੈ ਉਹ, ਇਹ ਅਸਲੀਅਤ ਪਰਖਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਦਾ। ਜਦੋਂ ਉਸਦੀ ਉਹਨੂੰ ਫੈਕਟ ਲੱਭ ਜਾਂਦੇ ਨੇ ਤਾਂ ਉਹ ਜਿਹੜੀ ਹੈਗੀ, ਅਗਰ ਉਸਦੀ ਉਪਕਲਪਨਾ ਜਿਹੜੀ ਹੈਗੀ ਹੈ, ਪਰਿਕਲਪਨਾ ਜਿਹੜੀ ਹੈਗੀ ਸੱਚ ਸਾਬਿਤ ਹੁੰਦੇ ਆ। ਲੈਟ ਅਸ ਸੇ ਮੈਂ ਕੁਝ ਐਜ਼ਿਊਮ ਕੀਤਾ ਸੀ ਕਿ ਇਹ ਕੁਐਸਚਨਾਂ ਦੇ ਆਨਸਰ ਮੈਨੂੰ ਆਉਣੇ ਚਾਹੀਦੇ ਨੇ, ਠੀਕ ਹੈ। ਆਈਲੈਟ ਸੈਂਟਰ ਅਗਰ ਐਨੇ ਹੈ ਤਾਂ ਇਹ ਅਗਰ ਉਹ ਸੱਚ ਸਾਬਿਤ ਹੋ ਗਏ ਕਿ ਹਾਂਜੀ ਨੀਅਰ ਅਬਾਊਟ 50,000 ਹੈ, ਤਾਂ ਮੇਰੀ ਪਰਿਕਲਪਨਾ ਕੀ ਹੋ ਜਾਏਗੀ, ਇੱਕ ਫੈਕਟ ਬਣ ਜਾਏਗੀ। ਤਾਂ ਉਹ ਕੀ, ਕਿਉਂਕਿ ਰਿਪੋਰਟ ਪੂਰੀ ਪ੍ਰੋਪਰ ਆਈ ਹੈ ਕਿ ਹਾਂਜੀ ਅਪਰੋਕਸੀਮੇਟ, ਹਾਂ ਥੋੜ੍ਹੇ ਬਹੁਤ ਘੱਟ ਵੱਧ ਹੋ ਸਕਦੇ ਆ, ਲੇਕਿਨ ਅਗਰ ਅਬਾਊਟ 50,000 ਆ ਰਹੇ ਆ ਤਾਂ ਇਟ ਮੀਨਸ ਕੀ ਹੈਗਾ ਕਿ ਮੇਰਾ ਜਿਹੜੀ ਪਰਿਕਲਪਨਾ ਹੈਗੀ ਆ ਉਹ ਇੱਕ ਫੈਕਟ ਬਣ ਗਈ, ਠੀਕ ਹੈ। ਸੋ ਇਹ ਕੀ ਹੁੰਦੇ ਨੇ, ਵੈਰੀਫਿਕੇਸ਼ਨ ਬੇਸਡ ਹੁੰਦੇ ਨੇ। ਪਰਿਕਲਪਨਾ ਦੇ ਸਰੋਤ, ਹੁਣ ਜਿਹੜੇ ਹੈ ਸੋਰਸਿਸ ਕਿੱਥੋਂ ਹੁੰਦੇ ਨੇ, ਤਾਂ ਪਰਿਕਲਪਨਾ ਦੇ ਸਰੋਤ ਵੈਸੇ ਤਾਂ ਬਹੁਤ ਹੋ ਸਕਦੇ ਨੇ, ਲੇਕਿਨ ਜਿਹੜੇ ਹੈ ਮੋਟੇ ਤੌਰ 'ਤੇ ਅਸੀਂ ਦੋ ਭਾਗਾਂ ਦੇ ਵਿੱਚ ਇਹਨੂੰ ਵੰਡ ਸਕਦੇ ਹਾਂ। ਇੱਕ ਤਾਂ ਹੈਗਾ ਕਿ ਪਰਸਨਲ ਦਾ ਮਤਲਬ ਕੀ ਹੋ ਗਿਆ ਕਿ ਜਦੋਂ ਅਸੀਂ ਆਪਣੀ ਸੂਝ-ਬੂਝ ਲੈ ਕੇ, ਕਲਪਨਾ ਲੈ ਕੇ, ਤਜਰਬਾ ਲੈ ਕੇ ਜਿਹੜਾ ਹੈਗਾ ਕਿਸੇ ਪਰਿਕਲਪਨਾ ਦਾ ਨਿਰਮਾਣ ਕਰਦੇ ਹਾਂ, ਠੀਕ ਹੈ। ਆਪਣੀ ਪ੍ਰਤਿਭਾ, ਦੂਰਅੰਦਾਜ਼ੀ, ਜਿਹੜੇ ਸਾਡੇ ਵਿਚਾਰ ਹੈ, ਅਨੁਭਵ ਹੈ, ਉਹਦੇ ਬੇਸ 'ਤੇ। ਲੇਕਿਨ ਬਾਹਰੀ ਕੀ ਹੋ ਗਿਆ, ਬਾਹਰੀ ਐਕਸਟਰਨਲ ਅਗਰ ਆਪਾਂ ਗੱਲ ਕਰੀਏ ਕਿ ਐਕਸਟਰਨਲ ਹਾਈਪੋਥੇਸਿਸ ਕੀ ਹੋ ਗਿਆ, ਜਦੋਂ ਅਸੀਂ ਕੋਈ ਲਿਟਰੇਚਰ ਪੜ੍ਹਦੇ ਹਾਂ, ਕੋਈ ਕਹਾਣੀ ਪੜ੍ਹੀ, ਕੋਈ ਕਿਸੇ ਦੇ ਵਿਚਾਰ ਪੜ੍ਹੇ, ਕੋਈ ਅਨੁਭਵ ਪੜ੍ਹਿਆ, ਤਾਂ ਉਸਦੇ ਅਕੋਰਡਿੰਗ ਜਿਹੜਾ ਹੈਗਾ ਅਸੀਂ ਹਾਈਪੋਥੇਸਿਸ ਬਣਾਉਂਦੇ ਹਾਂ, ਤਾਂ ਉਹ ਐਕਸਟਰਨਲ ਹਾਈਪੋਥੇਸਿਸ ਹੋ ਗਿਆ, ਠੀਕ ਹੈ। ਸੋ ਇੱਕ ਤਾਂ ਹੋ ਗਈ ਆਪਣੇ, ਆਪਾਂ ਖੁਦ ਗਏ, ਖੁਦ ਦੇਖਿਆ, ਤਾਂ ਉਹ ਚੀਜ਼ ਸਾਨੂੰ ਪਤਾ ਹੈਗੀ ਆ ਪ੍ਰੋਪਰ ਕਿ ਇਹ ਚੀਜ਼ ਇੱਥੇ ਹੋਈ ਹੈ, ਤਾਂ ਆਪਾਂ ਉਹ ਤਾਂ ਹੋ ਗਏ ਆਪਣੇ ਪਰਸਨਲ। ਅਗਰ ਆਪਾਂ ਕਿਸੇ ਤੋਂ ਪੁੱਛ ਪੱਛ ਕੇ, ਕਿਸੇ ਤੋਂ ਲਿਟਰੇਚਰ ਰਿਵਿਊ ਕਰਕੇ ਜਾਂ ਕਿਸੇ ਬਾਰੇ ਸੁਣਾ ਕੇ ਜਿਹੜੀ ਗੱਲ ਕਰਦੇ ਹੋ, ਉਹ ਐਕਸਟਰਨਲ ਹੋ ਗਈ। ਗੁੱਡ ਅਤੇ ਹੈਟ ਨੇ ਜਿਹੜਾ ਹੈ ਪਰਿਕਲਪਨਾ ਦੇ 4 ਸਰੋਤ ਦਿੱਤੇ ਨੇ, ਉਹ ਵੀ ਆਪਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਹੈ ਜਨਰਲ ਕਲਚਰ, ਸਾਇੰਟੀਫਿਕ ਥਿਊਰੀਜ਼, ਐਨਾਲੋਜੀਜ਼ ਅਤੇ ਨਿੱਜੀ ਅਨੁਭਵ।
ਤਾਂ ਆਪਾਂ ਜਿਹੜਾ ਹੈਗਾ ਥੋੜ੍ਹਾ ਥੋੜ੍ਹਾ ਵਿੱਚੋਂ ਪੜ੍ਹਾਂਗੇ, ਸਾਰਾ ਆਪਾਂ ਰੱਟਾ ਨਹੀਂ ਮਾਰਨਾ ਕਿ ਕੀ ਬੁੱਕ ਦੇ ਵਿੱਚ ਲਿਖਿਆ ਹੈ। ਆਮ ਕਲਚਰ ਜਿਹੜਾ ਹੈ ਪ੍ਰਚਲਿਤ ਸੰਸਕ੍ਰਿਤੀ। ਹੁਣ ਦੇਖੋ ਇਹ ਵਾਲਾ ਹਾਈਪੋਥੇਸਿਸ ਨਿਰਮਾਣ ਕੀਤਾ ਜਾਂਦਾ ਹੈ ਕਿ ਜਿਵੇਂ ਲਾਈਕ ਸਾਡਾ ਅਗਰ ਆਪਾਂ ਸਟੱਡੀ ਕਰੀਏ ਪੰਜਾਬ ਦੇ ਲੋਕ ਪੰਜਾਬੀ ਕਲਚਰ ਬਾਰੇ, ਤਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਆਰਾਮ ਦੇ ਨਾਲ ਜਿਹੜਾ ਹੈਗਾ ਹਾਈਪੋਥੇਸਿਸ ਦਾ ਨਿਰਮਾਣ ਕਰ ਲਾਂਗੇ, ਕਿਉਂਕਿ ਆਪਣੇ ਲੋਕਾਂ ਦੇ ਵਿਚਾਰ, ਲੋਕਾਂ ਦਾ ਰਹਿਣ ਸਹਿਣ, ਢੰਗ, ਕਦਰਾਂ ਕੀਮਤਾਂ ਉਸ ਸੱਭਿਆਚਾਰ ਤੋਂ ਪ੍ਰਭਾਵਿਤ ਹੈ। ਆਪਾਂ ਪੂਰੀ ਤਰ੍ਹਾਂ ਜਾਣਦੇ ਇਸ ਚੀਜ਼ ਨੂੰ, ਤਾਂ ਜਿਵੇਂ ਆਪਾਂ ਕੀ ਹੈਗਾ ਆਰਾਮ ਨਾਲ ਜਿਹੜਾ ਹੈਗਾ ਹਾਈਪੋਥੇਸਿਸ ਬਣਾ ਲਾਂਗੇ। ਉਦਾਹਰਨ ਦੇ ਵਜੋਂ ਜਿਵੇਂ ਆਪਾਂ ਗੱਲ ਕਰੀਏ ਕਿ ਪੱਛਮੀ ਸੱਭਿਆਚਾਰ ਵਿੱਚ ਨਿੱਜੀ ਸੁੱਖ, ਸਮਾਜਿਕ ਗਤੀਸ਼ੀਲਤਾ, ਪ੍ਰਗਤੀਵਾਦ, ਤਾਂ ਮਤਲਬ ਜਿਹੜਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਜਨਰਲ ਕਲਚਰ ਜਿਹੜਾ ਹੈ ਇਹ ਇੱਕ ਆਮ ਜਿਹੜਾ, ਹੁਣ ਅਗਰ ਲਾਈਕ ਆਪਾਂ ਭਾਰਤ ਦੇਸ਼ ਦਾ ਆਪਾਂ ਪੱਛਮੀ ਦੇਸ਼ਾਂ ਦੇ ਨਾਲ ਜਿਹੜਾ ਮੁਕਾਬਲਾ, ਆਪਾਂ ਕੋਈ ਵੀ ਐਵੇਂ ਦਾ ਟੌਪਿਕ ਲੈ ਲੈਣੇ ਤਾਂ ਆਪਾਂ, ਕਿਉਂਕਿ ਆਪਣਾ ਕਲਚਰ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਤਾਂ ਇੱਕ ਬੇਸ ਜਿਹਾ ਬਣ ਜੂਗਾ, ਤਾਂ ਉਹ ਹੋ ਗਿਆ ਜਨਰਲ ਕਲਚਰ। ਠੀਕ ਹੈ, ਉਸ ਤੋਂ ਬਾਅਦ ਹੈ ਸਾਇੰਟੀਫਿਕ ਥਿਊਰੀਜ਼। ਹੁਣ ਜਿਹੜੀ ਵੱਖ-ਵੱਖ ਵਿਗਿਆਨਕ ਸਿਧਾਂਤ ਵੱਖ-ਵੱਖ ਸਮੇਂ 'ਤੇ ਜਾਂ ਫਿਰ ਇੱਕੋ ਸਮੇਂ 'ਤੇ ਪੇਸ਼ ਕੀਤੇ ਜਾਂਦੇ ਨੇ, ਉਹ ਵੀ ਪਰਿਕਲਪਨਾ ਦਾ ਸਰੋਤ ਹੋ ਸਕਦੇ ਆ। ਹੁਣ ਜਿਹੜੀ ਚੀਜ਼ ਸੱਚ ਹੈ, ਸਾਇੰਟੀਫਿਕਲੀ ਅਪਰੂਵਡ ਹੈ, ਤਾਂ ਉਹ ਜਿਹੜੀ ਹੈਗੀ ਆ ਉਸ ਦੇ ਅਕੋਰਡਿੰਗ ਆਪਾਂ ਪਰਿਕਲਪਨਾ ਆਰਾਮ ਨਾਲ ਬਣਾ ਸਕਦੇ ਹਾਂ। ਜਨਰਲ ਕਲਚਰ ਜਿਵੇਂ ਸਾਡਾ ਕਲਚਰ ਹੈ, ਉਸ ਦੇ ਅਕੋਰਡਿੰਗ ਵੀ ਆਪਾਂ ਆਰਾਮ ਨਾਲ ਹਾਈਪੋਥੇਸਿਸ ਬਣਾ ਸਕਦੇ ਹਾਂ। ਕੋਈ ਸਾਇੰਟੀਫਿਕ ਥਿਊਰੀ ਹੈ, ਉਸ ਦੇ ਅਕੋਰਡਿੰਗ ਵੀ ਆਪਾਂ ਹਾਈਪੋਥੇਸਿਸ ਆਰਾਮ ਨਾਲ ਬਣਾ ਸਕਦੇ ਹਾਂ, ਕਿਉਂਕਿ ਇਹਨਾਂ ਸਿਧਾਂਤਾਂ ਦੇ ਵਿੱਚ ਸਾਨੂੰ ਇੱਕ ਵਿਸ਼ੇ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਠੀਕ ਹੈ, ਸੋ ਆਪਣੇ ਅਧਿਐਨ ਨਾਲ ਸਿਰਫ ਨਵੇਂ ਸਿਧਾਂਤਾਂ ਦੀ ਹੀ ਰਚਨਾ ਨਹੀਂ ਕੀਤੀ ਜਾਂਦੀ, ਸਗੋਂ ਨਵੀਆਂ ਪ੍ਰਸਥਿਤੀਆਂ ਦੇ ਵਿੱਚ ਪਹਿਲਾਂ ਤੋਂ ਹੀ ਸਥਾਪਿਤ ਸਿਧਾਂਤਾਂ ਦਾ ਵੀ ਪ੍ਰੀਖਣ ਕੀਤਾ ਜਾਂਦਾ ਹੈ, ਅਤੇ ਸਿਧਾਂਤਾਂ ਦੇ ਮੁੜ ਪ੍ਰੀਖਣ, ਪੁਨਰ ਪ੍ਰੀਖਣ ਅਤੇ ਉਹਨਾਂ ਦੀਆਂ ਹਾਜ਼ਰ ਨਿਊਨਤਾਵਾਂ, ਅਸ਼ੁੱਧੀਆਂ ਵੀ ਸਾਹਮਣੇ ਆਉਂਦੀਆਂ। ਹੁਣ ਦੇਖੋ ਆਪਾਂ ਅਗਰ ਲਾਈਕ ਕੋਈ ਸਾਇੰਟੀਫਿਕ ਵੇ ਦੇ ਨਾਲ ਜਿਹੜੀ ਹਾਈਪੋਥੇਸਿਸ ਬਣਾਈ ਹੈ, ਤਾਂ ਆਪਾਂ ਕੀ ਹੈ ਪਹਿਲਾਂ ਪਿਛਲਾ ਦੇਖਦੇ ਹਾਂ ਕਿ ਪਿੱਛੇ ਕਿੰਨੀ ਕੁ ਚੀਜ਼ ਜਿਹੜੀ ਸੀ ਇਹ ਗਲਤ ਗਈ ਹੈ। ਲਾਈਕ ਕੋਈ ਸਕੀਮਸ ਆ, ਬੇਟੀ ਬਚਾਓ ਬੇਟੀ ਪੜ੍ਹਾਓ, ਤਾਂ ਪਾਸਟ ਵਿੱਚ ਇਹਨੇ ਕੀ ਕੀਤਾ, ਇਨ ਫਿਊਚਰ ਇਨ ਪ੍ਰੈਜੈਂਟ ਉਹ ਕੀ ਕਰੀ ਹੈ, ਅਤੇ ਅੱਗੇ ਫਿਊਚਰ 'ਚ ਉਹ ਸਕੀਮ ਕੀ ਕਰੇਗੀ। ਸੋ ਉਹਦੇ ਅਕੋਰਡਿੰਗ ਜਿਹੜੇ ਆਪਾਂ ਰਿਜ਼ਲਟ ਬਣਾ ਸਕਦੇ ਹਾਂ। ਸੋ ਕਹਿਣ ਦਾ ਮਤਲਬ ਕਿ ਸਾਇੰਟੀਫਿਕਲੀ ਇਹ ਚੀਜ਼ ਚੱਲਦੀ ਹੈ, ਤਾਂ ਜਿਹੜੀਆਂ ਅਸ਼ੁੱਧੀਆਂ ਨੇ ਪੁਰਾਣੀਆਂ, ਤਾਂ ਉਹ ਵੀ ਇਹਦੇ ਵਿੱਚੋਂ ਹੁਣ ਗੌਰਮੈਂਟ ਸਕੀਮਸ ਲਾਗੂ ਕਰਦੀ ਹੈ। ਠੀਕ ਹੈ, ਤਾਂ ਉਹਦੇ ਵਿੱਚ ਨਵੀਆਂ ਨਵੀਆਂ ਚੀਜ਼ਾਂ ਐਡ ਔਨ ਕਰਦੀਆਂ, ਕਿਉਂਕਿ ਅਗਰ ਜਿਹੜੀਆਂ ਗਲਤੀਆਂ ਉਹਨਾਂ 'ਚ ਸਕੀਮ ਬਣਾਉਣ 'ਚ ਹੋ ਜਾਂਦੀਆਂ ਨੇ, ਤਾਂ ਉਹ ਜਿਹੜੀਆਂ ਹੈਗੀਆਂ ਗਲਤੀਆਂ ਉਹ ਸੁਧਾਰਦੇ ਨੇ। ਪ੍ਰੈਜੈਂਟ ਦੇਖਦੇ ਹਾਂ ਕਿ ਇਹ ਚੀਜ਼ ਸਹੀ ਚੱਲ ਰਹੀ ਹੈ, ਅਗਰ ਨਹੀਂ ਸਹੀ ਚੱਲਦੀ ਤਾਂ ਫਿਊਚਰ 'ਚ ਅਸੀਂ ਕੀ ਕਰਨਾ, ਤਾਂ ਉਹ ਦੇਖਦੇ ਹਾਂ। ਤਾਂ ਉਹ ਸਾਇੰਟੀਫਿਕਲੀ ਜਿਹੜੀ ਹੁੰਦੀ ਹੈ ਹਾਈਪੋਥੇਸਿਸ ਬਣਦੀ ਹੈ। ਐਨਾਲੋਜੀ ਦਾ ਮਤਲਬ ਕੀ ਹੋ ਗਿਆ ਕਿ ਸਮਰੂਪਤਾਵਾਂ। ਜਦੋਂ ਕੋਈ ਦੋ ਖੇਤਰ, ਸਮਰੂਪਤਾ ਦਾ ਮਤਲਬ ਹੈ ਕੋਈ ਦੋ ਖੇਤਰਾਂ ਦਾ ਕੰਪੈਰੀਜ਼ਨ ਹੁੰਦਾ, ਜਦੋਂ ਦੋ ਖੇਤਰਾਂ ਵਿੱਚ ਕੁਝ ਸਮਾਨਤਾਵਾਂ, ਹੋਮੋਜੀਨੀਅਸ ਚੀਜ਼ ਦਿਖਾਈ ਦਿੰਦੀ ਹੈ, ਤਾਂ ਪਰਿਕਲਪਨਾਵਾਂ ਦਾ ਨਿਰਮਾਣ ਕਰ ਲਿਆ ਜਾਂਦਾ ਹੈ। ਹੁਣ ਲਾਈਕ ਦੋ ਤੱਥ ਚੱਕੇ ਜਾਂਦੇ ਨੇ ਇਹਦੇ ਵਿੱਚ, ਠੀਕ ਹੈ, ਦੋ ਤੱਥਾਂ ਨੂੰ ਦੇਖਿਆ ਜਾਂਦਾ, ਫਿਰ ਕਿਸੇ ਉਪਕਲਪਨਾ ਦਾ ਨਿਰਮਾਣ, ਪਰਿਕਲਪਨਾ ਦਾ ਨਿਰਮਾਣ ਕੀਤਾ ਜਾਂਦਾ। ਹੁਣ ਦੇਖੋ ਹਰਬਰਟ ਸਪੈਂਸਰ ਦੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਉਹਨਾਂ ਨੇ ਸੋਸ਼ਲ ਇਵੈਲੂਏਸ਼ਨ ਦੀ ਥਿਊਰੀ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਕਿਹੜੀ ਐਨਾਲੋਜੀ ਯੂਜ਼ ਕੀਤੀ ਸੀ, ਉਹਨਾਂ ਨੇ ਡਾਰਵਿਨ ਦੀ ਜਿਹੜੀ ਹੈਗੀ ਆ, ਠੀਕ ਹੈ, ਡਾਰਵਿਨ ਨੇ ਸਰੀਰ ਦੇ ਜਿਹੜਾ ਹੈਗਾ ਸਿਧਾਂਤ ਦਿੱਤਾ ਸੀ। ਤਾਂ ਸਰੀਰ ਦੀ ਰਚਨਾ ਜਿਵੇਂ ਹੁੰਦੀ ਹੈ, ਕਹਿੰਦੇ ਸਮਾਜ ਵੀ ਜਿਹੜਾ ਹੈਗਾ ਉਵੇਂ ਉਵੇਂ ਚੱਲਦਾ। ਤਾਂ ਇਹਨਾਂ ਨੇ ਦੋ ਚੀਜ਼ਾਂ ਨੂੰ ਦੇਖੋ ਸੇਮ ਜਿਹੜੀ ਸੀਗੀ ਉਹ ਦਿੱਤੀ ਹੈਗੀ ਹੈ ਕਿ ਇਹ ਅਗਰ ਸਰੀਰ ਜਿਵੇਂ ਵੱਧਦਾ ਫੁੱਲਦਾ ਉਵੇਂ ਹੀ ਸਮਾਜ ਵੱਧਦਾ ਫੁੱਲਦਾ, ਜਿਵੇਂ ਸਰੀਰ ਦੇ ਅੰਗ ਕੰਮ ਕਰਦੇ ਤਾਂ ਸਮਾਜ ਵਿੱਚ ਵਿਅਕਤੀ ਕੰਮ ਕਰਦੇ। ਤਾਂ ਹਰਬਰਟ ਸਪੈਂਸਰ ਨੇ ਜਿਹੜੀ ਹੈ ਦੋ ਤੱਥਾਂ ਨੂੰ ਜਿਹੜਾ ਸੀਗਾ ਉਹਨਾਂ ਨੂੰ ਲੱਗਿਆ ਕਿ ਕੁਝ ਇਹਨਾਂ ਦੋਨਾਂ ਤੱਥਾਂ ਦੇ ਵਿੱਚ ਸਮਾਨਤਾ ਹੈ ਸਰੀਰ ਅਤੇ ਸਮਾਜ 'ਚ, ਤਾਂ ਉਹਨਾਂ ਨੇ ਇਹ ਐਨੋਲੋਜੀ ਦਿੱਤੀ। ਠੀਕ ਹੈ ਜੀ, ਉਸ ਤੋਂ ਬਾਅਦ 'ਚ ਪਰਸਨਲ ਐਕਸਪੀਰੀਅੰਸ। ਤਾਂ ਪਰਸਨਲ ਐਕਸਪੀਰੀਅੰਸ ਜਿਹੜਾ ਹੈ ਉਹ ਵੀ ਹਾਈਪੋਥੇਸਿਸ ਨਿਰਮਾਣ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ, ਕਿਉਂਕਿ ਕਲਚਰ ਹੋ ਗਿਆ, ਵਿਗਿਆਨ ਹੋ ਗਿਆ, ਸਮਰੂਪਤਾ ਹੋ ਗਿਆ, ਜਿਹੜੀ ਆਪਾਂ ਐਨਾਲੋਜੀ ਪੜ੍ਹੀ ਹੈ, ਕਲਚਰ ਪੜ੍ਹੀ ਹੈ ਨਾ, ਕਿ ਜਨਰਲ ਕਲਚਰ ਹੁੰਦਾ ਹੈ, ਸਾਇੰਸ ਹੁੰਦੀ ਹੈ, ਅਤੇ ਕੀ ਹੁੰਦਾ ਹੈਗਾ ਐਨਾਲੋਜੀ ਹੁੰਦੀ ਹੈ। ਤਾਂ ਇਹ ਜਿਹੜਾ ਹੈਗਾ ਨਿੱਜੀ ਅਨੁਭਵ ਵੀ ਇਹਨਾਂ ਚੀਜ਼ਾਂ ਦਾ ਸਰੋਤ ਦੇ ਵਿੱਚ ਕਹਿੰਦੇ ਜ਼ਿੰਮੇਵਾਰ ਨਹੀਂ ਹੈਗੇ, ਲੇਕਿਨ ਜਿਹੜਾ ਹੈ ਆਪਣਾ ਤਜਰਬਾ ਵੀ ਇਸ 'ਚ ਮੇਨ ਹੁੰਦਾ। ਤੁਸੀਂ ਕਹਿ ਸਕਦੇ ਹੋ ਕਿ ਲਾਈਕ ਸੋਰਸਿਸ ਆਫ ਹਾਈਪੋਥੇਸਿਸ ਕੀ ਨੇ, ਕਹਿੰਦੇ ਇਕੱਲਾ ਜਨਰਲ ਕਲਚਰ ਨਹੀਂ ਹੈਗਾ ਕਿ ਆਮ ਕਲਚਰ ਦੇ ਅਕੋਰਡਿੰਗ ਤੁਸੀਂ ਹਾਈਪੋਥੇਸਿਸ ਬਣਾਤਾ, ਤੁਸੀਂ ਸਾਇੰਟੀਫਿਕਲੀ ਸਾਇੰਸ ਨੂੰ ਦੇਖ ਕੇ ਬਣਾਤਾ ਕਿ ਪਿੱਛੇ ਅਗਰ ਸਕੀਮਸ ਨਹੀਂ ਸੀ ਚੱਲ ਰਹੀਆਂ ਹੈ ਨਾ, ਹੁਣ ਕੀ ਲੌਜਿਕ ਹੈ ਚੱਲਣ ਦਾ, ਜਾਂ ਅੱਗੇ ਕੀ ਆਪਾਂ ਸੁਧਾਰ ਕਰ ਸਕਦੇ ਹਾਂ, ਜਾਂ ਫਿਰ ਆਪਾਂ ਇਹ ਨਹੀਂ ਹੈ ਕਿ ਦੋ ਤੱਥਾਂ ਨੂੰ, ਸੇਮ ਤੱਥਾਂ ਨੂੰ ਐਨਾਲੋਜੀ ਦੇ ਬੇਸ 'ਤੇ ਕਰਾਂਗੇ। ਨਹੀਂ, ਆਪਣੇ ਕੋਲ ਐਕਸਪੀਰੀਅੰਸ ਵੀ ਹੋਣਾ ਚਾਹੀਦਾ। ਤੁਸੀਂ ਆਪਣੇ ਐਕਸਪੀਰੀਅੰਸ 'ਤੇ ਵੀ ਹਾਈਪੋਥੇਸਿਸ ਬਣਾ ਸਕਦੇ ਹੋ। ਜਿਵੇਂ ਨਿਊਟਨ ਨੇ ਬਣਾਇਆ ਸੀ, ਉਹਦੇ ਸਿਰ ਦੇ ਉੱਤੇ ਸੇਬ ਗਿਰਿਆ ਤਾਂ ਉਸਨੇ ਕੀ ਕਰ ਦਿੱਤਾ ਕਿ ਹਾਂ ਇਹ ਥਿਊਰੀ ਆਫ ਗ੍ਰੈਵੀਟੇਸ਼ਨ ਹੈ, ਗੁਰੂਤਾਕਰਸ਼ਣ ਸ਼ਕਤੀ ਵਾਲਾ ਜਿਹੜਾ ਹੈਗਾ ਉਹਨਾਂ ਨੇ ਨਿਯਮ ਬਣਾਤਾ ਸੀਗਾ। ਤਾਂ ਉਹਨਾਂ ਨੇ ਤਜਰਬਾ, ਕਿਉਂਕਿ ਉਹਨਾਂ ਦੇ ਸਿਰ 'ਤੇ ਜਦੋਂ ਗਿਰਿਆ ਸੇਬ ਤਦ ਉਹਨਾਂ ਨੇ ਜਿਹੜਾ ਹੈਗਾ ਇਹ ਚੀਜ਼ ਲੱਭੀ, ਤਾਂ ਉਹਨਾਂ ਨੇ ਪਰਿਕਲਪਨਾ ਬਣਾਈ ਅਤੇ ਉਸਦੇ ਅਕੋਰਡਿੰਗ ਜਿਹੜਾ ਹੈ ਇਹ ਚੀਜ਼ ਫੈਕਟ ਬਣ ਗਈ ਕਿ ਹਾਂਜੀ ਲਾਅ ਆਫ ਗ੍ਰੈਵੀਟੇਸ਼ਨ ਹੁੰਦਾ। ਤਾਂ ਫੈਕਚੁਅਲ ਚੀਜ਼ ਜਿਹੜੀ ਹੈ ਬਣ ਗਈ। ਤਾਂ ਪਰਿਕਲਪਨਾ ਦੇ ਕੁਝ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਨੇ,
ਤਾਂ ਪਰਿਕਲਪਨਾ ਦੇ ਵਿੱਚ ਜਿਹੜਾ ਹੈਗਾ, ਪਰਿਕਲਪਨਾ ਕੀ ਕਰਦੀ ਹੈ, ਲਾਈਕ ਆਪਾਂ ਸੋਸ਼ਲ ਰਿਸਰਚ ਕਰ ਰਹੇ ਹਾਂ ਕਿਉਂਕਿ ਆਪਣਾ ਚੈਪਟਰ ਹੀ ਇਸ ਦੇ ਉੱਤੇ ਬੇਸਡ ਹੈ, ਆਪਣਾ ਪੂਰਾ ਪੇਪਰ ਹੀ ਇਸ 'ਤੇ ਬੇਸ ਹੈ। ਤਾਂ ਪਰਿਕਲਪਨਾ ਕੀ ਕਰਦੀ ਹੈ, ਸਮਾਜਿਕ ਖੋਜ ਅਗਰ ਅਸੀਂ ਕਰਦੇ ਹਾਂ ਤਾਂ ਸਾਡਾ ਮਾਰਗਦਰਸ਼ਨ ਮਤਲਬ ਗਾਈਡੈਂਸ ਕਰਦੀ ਹੈ। ਪਰਿਕਲਪਨਾ ਕੀ ਹੋਣੀ ਚਾਹੀਦੀ ਹੈ, ਬਿਲਕੁਲ ਕਲੀਅਰ, ਸਪਸ਼ਟ ਹੋਣੀ ਚਾਹੀਦੀ ਹੈ, ਅਤੇ ਇਹ ਕਿਸੇ ਵੀ ਪਹਿਲੂ ਨਾਲ, ਕੋਈ ਵੀ ਸਮਾਜ ਦਾ ਪਹਿਲੂ ਹੈਗਾ ਤਾਂ ਉਸ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਆਬਜ਼ਰਵੇਸ਼ਨਲ ਹੋਣੀ ਚਾਹੀਦੀ ਹੈ, ਕਿ ਪ੍ਰੀਖਿਆਯੋਗ ਹੋਣੀ ਚਾਹੀਦੀ ਹੈ। ਐਦਾਂ ਨਹੀਂ ਹੈ ਕਿ ਉਹ ਜਿਸ ਚੀਜ਼ ਦੀ ਪ੍ਰੀਖਿਆ ਹੀ ਨਹੀਂ ਹੋ ਸਕਦੀ, ਜਿਸ ਨੂੰ ਅਸੀਂ ਜਿਹੜਾ ਹੈਗਾ, ਜਿਸ ਦੇ ਬਾਰੇ ਜਮਾ ਕਿਸੇ ਨੂੰ ਪਤਾ ਹੀ ਨਹੀਂ, ਤਾਂ ਉਹਦੇ ਬਾਰੇ ਪਰਿਕਲਪਨਾ ਅਸੀਂ ਨਹੀਂ ਬਣਾ ਸਕਦੇ। ਉਪਕਰਨਾਂ ਅਤੇ ਵਿਧੀਆਂ ਦੇ ਅਨੁਕੂਲ ਹੋਣੀ ਚਾਹੀਦੀ ਹੈ। ਸੈਂਟਰਡ ਪੁਆਇੰਟ ਹੋਣਾ ਚਾਹੀਦਾ ਹੈ ਕਿ ਜਿਸ ਚੀਜ਼ ਦੇ ਬਾਰੇ ਅਸੀਂ ਜਿਹੜਾ ਹੈਗਾ ਰਿਸਰਚ ਕਰ ਰਹੇ ਹਾਂ ਉਸ ਦੇ ਬੇਸਡ ਹੋਣੀ ਚਾਹੀਦੀ ਹੈ ਪਰਿਕਲਪਨਾ। ਠੀਕ ਹੈ, ਐਦਾਂ ਨਹੀਂ ਹੈ ਕਿ ਪਰਿਕਲਪਨਾ ਕੁਝ ਹੋਰ ਕਹਿ ਰਹੀ ਹੈ ਅਤੇ ਸਾਡਾ ਕੰਟੈਂਟ ਕੁਝ ਹੋਰ ਕਹਿ ਰਿਹਾ। ਪ੍ਰਯੋਗ ਸਿਧਾਂਤ ਤੇ ਹੋਣੀ ਚਾਹੀਦੀ ਹੈ, ਐਕਸਪੈਰੀਮੈਂਟਲ ਹੋਣੀ ਚਾਹੀਦੀ ਹੈ, ਸੱਚ ਵੀ ਹੋ ਸਕਦੀ ਹੈ ਪਰਿਕਲਪਨਾ, ਝੂਠ ਵੀ ਹੋ ਸਕਦੀ ਹੈ। ਅਤੇ ਇਹ ਸਬਜੈਕਟ ਅਤੇ ਪ੍ਰੋਬਲਮ ਬੇਸਡ ਹੋਣੀ ਚਾਹੀਦੀ ਹੈਗੀ ਹੈ। ਜੇ ਸੱਚ ਸਾਬਿਤ ਹੋ ਜਾਂਦੀਆਂ ਨੇ ਪਰਿਕਲਪਨਾ ਤਾਂ ਇਹ ਕੀ ਲੈ ਲੈਂਦੀਆਂ ਨੇ, ਸਿਧਾਂਤ ਦਾ, ਤੱਥਾਂ ਦਾ ਰੂਪ ਲੈ ਲੈਂਦੀਆਂ ਨੇ। ਪਰਿਕਲਪਨਾ ਦਾ ਮਹੱਤਵ ਕੀ ਹੈਗਾ, ਮਹੱਤਵ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕੋਈ ਵੀ ਵਿਗਿਆਨਕ ਖੋਜ ਜਿਹੜੀ ਹੈਗੀ ਆ ਕਿਸੇ ਯੋਜਨਾਬੱਧ ਸਾਇੰਟੀਫਿਕਲੀ ਵੇ ਦੇ ਨਾਲ ਕੀਤੀ ਜਾਂਦੀ ਹੈ। ਇਸ ਦੇ ਵਿੱਚ ਕੁਝ ਪੱਕੇ ਪੜਾਅ ਹੁੰਦੇ ਨੇ ਅਤੇ ਇਹਨਾਂ 'ਚੋਂ ਲੰਘ ਕੇ ਹੀ ਸਮਾਜਿਕ ਖੋਜ ਦਾ ਕੰਮ ਪੂਰਾ ਹੁੰਦਾ। ਹੁਣ ਆਪਾਂ ਫਸਟ ਚੈਪਟਰ 'ਚ ਕੀਤਾ ਸੀਗਾ ਕਿ ਅਗਰ ਅਸੀਂ ਸੋਸ਼ਲ ਰਿਸਰਚ ਕਰ ਰਹੇ ਹਾਂ ਤਾਂ ਅਸੀਂ 7 ਸਟੈਪਸ ਫੋਲੋ ਕਰਦੇ ਹਾਂ, ਹੈ ਨਾ। ਸਭ ਤੋਂ ਪਹਿਲਾਂ ਸਿਲੈਕਸ਼ਨ ਕਰਦੇ ਹੈਗੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ ਅਸੀਂ ਕੀ ਪੜ੍ਹਨਾ ਹੈਗਾ, ਫਿਰ ਅਸੀਂ ਹਾਈਪੋਥੇਸਿਸ ਨਿਰਮਾਣ ਕਰਦੇ। ਤਾਂ ਇਹ ਕੁਝ ਪੜਾਵਾਂ 'ਚੋਂ ਲੰਘਦੀ ਹੈ ਅਗਰ ਅਸੀਂ ਕੋਈ ਸਮਾਜਿਕ ਖੋਜ ਕਰ ਰਹੇ ਹਾਂ। ਠੀਕ ਹੈ, ਤਾਂ ਉਸ ਤਰ੍ਹਾਂ ਹੀ ਜਿਹੜਾ ਹੈ ਪਰਿਕਲਪਨਾ ਦਾ ਬਹੁਤ ਮਹੱਤਵ ਹੈ, ਕਿਉਂਕਿ ਇਹ ਬਹੁਤ ਮਹੱਤਵਪੂਰਨ ਕਾਰਜ ਕਰਦੀਆਂ ਨੇ ਦਿਸ਼ਾ ਨਿਰਦੇਸ਼ਨ। ਹੁਣ ਦੇਖੋ, ਪਰਿਕਲਪਨਾ ਜਿਹੜੀ ਹੈ ਇੱਕ ਆਕਾਸ਼ਦੀਪ ਦੇ ਵਾਂਗੂ ਹੈ, ਜਿਹੜੀ ਕਿ ਖੋਜਕਰਤਾ ਨੂੰ ਮਾਰਗਦਰਸ਼ਨ ਦਿੰਦੀ ਹੈ। ਹੁਣ ਦੇਖੋ, ਅਗਰ ਅਸੀਂ ਕੋਈ ਖੋਜ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਜਦੋਂ ਤੱਕ ਅਸੀਂ ਆਪਣਾ ਐਕਸਪੀਰੀਅੰਸ ਅਤੇ ਆਪਣੀ ਸੂਚਨਾ ਦੇ ਅਕੋਰਡਿੰਗ, ਅਨੁਭਵ ਦੇ ਅਕੋਰਡਿੰਗ ਜਿਹੜਾ ਹੈਗਾ ਪਰਿਕਲਪਨਾ ਦਾ ਨਿਰਮਾਣ ਨਹੀਂ ਕਰਾਂਗੇ ਤਾਂ ਅਸੀਂ ਜਿਹੜਾ ਹੈ ਕਿੱਦਾਂ ਉਸ ਰਿਸਰਚ ਦੇ ਜਿਹੜਾ ਹੈਗਾ ਕਰਾਂਗੇ ਉਸ 'ਤੇ ਰਿਸਰਚ। ਤਾਂ ਇੱਦਾਂ ਜਿਹੜਾ ਹੈ ਕੰਪਸ ਦੇ ਲਾਈਕ ਅਸੀਂ ਕੋਈ ਦਿਸ਼ਾ ਲੈਣੀ ਹੈ ਤਾਂ ਅਸੀਂ ਕੰਪਸ ਦੀ ਲੋੜ ਹੁੰਦੀ ਹੈ। ਉਵੇਂ ਹੀ ਅਗਰ ਅਸੀਂ ਸੋਸ਼ਲ ਰਿਸਰਚ ਕਰ ਰਹੇ ਹਾਂ, ਸਮਾਜਿਕ ਖੋਜ ਕਰ ਰਹੇ ਹਾਂ, ਤਾਂ ਪਰਿਕਲਪਨਾ ਵੀ ਜਿਹੜੀ ਹੈਗੀ ਹੈ ਸੂਚਕ ਯੰਤਰ ਦੇ ਵਾਂਗੂ ਕੰਮ ਕਰੂਗੀ, ਜਿੱਦਾਂ ਦਿਸ਼ਾ ਸੂਚਕ ਯੰਤਰ ਕੰਮ ਕਰਦਾ ਹੈ। ਅਤੇ ਖੋਜਕਰਤਾ ਆਪਣੇ ਦਿਸ਼ਾ ਤੋਂ ਭਟਕੇਗਾ ਨਹੀਂ, ਕਿਉਂਕਿ ਇਹ ਇੱਕ ਕੁਐਸਚਨ ਬਣਾ ਲੈਂਦੇ ਹਾਂ ਆਪਾਂ ਕਿ ਕਿਹੜੀ ਚੀਜ਼ ਜਿਹੜੀ ਹੈਗੀ ਹੈ ਆਪਾਂ ਸੋਚ ਰਹੇ ਹਾਂ, ਸਮਝ ਰਹੇ ਹਾਂ, ਇਸਦਾ ਆਨਸਰ ਜਿਹੜਾ ਹੈ ਕੀ ਹੋਣਾ ਚਾਹੀਦਾ, ਅਤੇ ਇੱਕ ਆਪਾਂ ਅਜ਼ਿਊਮਡ ਕਰ ਲੈਂਦੇ ਹਾਂ। ਤਾਂ ਇਹ ਚੀਜ਼ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਅਸੀਂ ਲੱਭ ਕੀ ਰਹੇ ਹਾਂ। ਠੀਕ ਹੈ, ਉਸ ਤੋਂ ਬਾਅਦ 'ਚ ਏਮਸ ਐਂਡ ਮੋਟਿਵਸ। ਅਗਰ ਅਸੀਂ ਕੋਈ ਸੋਸ਼ਲ ਰਿਸਰਚ ਕਰ ਰਹੇ ਹਾਂ ਤਾਂ ਹਾਈਪੋਥੇਸਿਸ ਸਾਨੂੰ ਕੀ ਦਿੰਦਾ, ਮੋਟਿਵ ਦਿੰਦਾ, ਲਕਸ਼ ਦਿੰਦਾ। ਕਿਉਂਕਿ ਅਗਰ ਅਸੀਂ ਬਿਨਾਂ ਪਰਿਕਲਪਨਾ ਦੇ ਜਾਵਾਂਗੇ, ਬਿਨਾਂ ਹਾਈਪੋਥੇਸਿਸ ਦੇ ਅਸੀਂ ਕੁਝ ਕਰਾਂਗੇ ਤਾਂ ਉਹ ਹਨੇਰੇ 'ਚ ਟੱਕਰਾਂ ਮਾਰਨ ਦੇ ਬਰਾਬਰ ਹੋਏਗਾ ਅਤੇ ਅਸੀਂ ਵਿਚਾਰਹੀਨ ਹੋ ਜਾਵਾਂਗੇ ਅਤੇ ਅਸੀਂ ਭਟਕ ਜਾਵਾਂਗੇ। ਤਾਂ ਸਾਨੂੰ ਜਿਹੜਾ ਹੈ ਤੱਥ ਨਹੀਂ ਮਿਲਣਗੇ। ਇਸ ਕਰਕੇ ਜਿਹੜਾ ਹੈਗਾ ਜ਼ਰੂਰੀ ਹੈਗਾ ਕਿ ਹਾਈਪੋਥੇਸਿਸ ਜਿਹੜੀ ਹੈਗੀ ਹੈ ਖੋਜ ਸਮੱਗਰੀ ਇਕੱਠੀ ਕਰਕੇ ਅਸੀਂ ਪਰਿਕਲਪਨਾਵਾਂ ਬਣਾ ਲਈਏ ਅਤੇ ਆਪਣੇ ਖੋਜ ਦਾ ਮਕਸਦ ਜਿਹੜਾ ਹੈਗਾ ਪੂਰਾ ਕਰ ਲਈਏ। ਅਤੇ ਸੂਚਨਾ ਸਾਨੂੰ ਪਤਾ ਤਾਂ ਹੋਵੇ ਵੀ ਅਸੀਂ ਅਗਰ ਸੂਚਨਾ ਇਕੱਠੀ ਕਰਨੀ ਹੈ ਤਾਂ ਸਾਡੀ ਜਿਹੜੀ ਹੈਗਾ ਕੁਐਸਚਨਸ ਕੀ ਹੈਗੇ ਨੇ। ਉਸ ਤੋਂ ਬਾਅਦ 'ਚ ਕਿ ਅਧਿਐਨ ਖੇਤਰ ਨੂੰ ਸੀਮਤ ਕਰਦੀ ਹੈ, ਕਿਉਂਕਿ ਸਮਾਜਿਕ ਘਟਨਾ ਦੇ ਕਈ ਪੱਖ ਹੁੰਦੇ ਨੇ ਅਤੇ ਸਾਰੇ ਪੱਖਾਂ ਦਾ ਅਨੁਭਵ ਅਧਿਐਨ ਨਹੀਂ ਹੋ ਸਕਦਾ। ਅਧਿਐਨ ਦਾ ਮਤਲਬ ਹੋਇਆ ਕੁਝ ਵੀ ਨਹੀਂ ਕਰਨਾ। ਠੀਕ ਹੈ, ਸੋ ਇਸ ਕਰਕੇ ਜਿਹੜਾ ਫਾਲਤੂ ਮਿਹਨਤ ਤੋਂ ਜਿਹੜਾ ਹੈਗਾ ਖੋਜਕਰਤਾ ਬਚ ਜਾਂਦਾ, ਕਿਉਂਕਿ ਆਪਾਂ ਖੋਜ ਖੇਤਰ ਨੂੰ ਸੀਮਤ ਕਰ ਲੈਂਦੇ ਹਾਂ। ਲਾਈਕ ਅਸੀਂ ਅਗਰ ਖੋਜ ਕਰ ਰਹੇ ਹਾਂ ਤਾਂ ਅਸੀਂ ਏਰੀਆ ਪਹਿਲਾਂ ਦੇਖ ਲੈਂਦੇ ਹਾਂ ਕਿ ਅਸੀਂ ਇਸ ਏਰੀਏ 'ਚ ਕਰਨੀ ਹੈ। ਠੀਕ ਹੈ, ਅਤੇ ਕਿਹੜੇ ਲੋਕਾਂ ਦੀ ਕਰਨੀ ਹੈ, ਕਿਹੜੇ ਕੁਐਸਚਨ ਪੁੱਛਣੇ ਆ, ਤਾਂ ਆਪਾਂ ਇੱਕ ਆਈਡੀਆ ਜਿਹਾ ਬਣਾ ਲੈਂਦੇ ਹਾਂ, ਉਸਨੂੰ ਹਾਈਪੋਥੇਸਿਸ ਕਹਿੰਦੇ ਹਾਂ। ਤਾਂ ਸਾਨੂੰ ਇਹ ਹੈ ਫਾਲਤੂ ਦੇ ਕੁਐਸਚਨਾਂ ਤੋਂ ਬਚ ਜਾਂਦੇ ਹਾਂ, ਫਾਲਤੂ ਜਿਹੜਾ ਹੈ ਟਾਈਮ ਵੇਸਟਿੰਗ ਤੋਂ ਬਚ ਜਾਂਦੇ ਹਾਂ। ਪਰਿਕਲਪਨਾ ਜਿਹੜੀ ਹੈਗੀ ਸਿੱਟੇ ਕੱਢਣ 'ਚ ਸਹਾਇਕ ਹੁੰਦੀ ਹੈ, ਕਿਉਂਕਿ ਇਹ ਮਾਰਗਦਰਸ਼ਨ ਦਾ ਕੰਮ ਕਰਦੀ ਹੈ ਅਤੇ ਸੱਚ ਦੀਆਂ ਬਰੂਹਾਂ ਮਤਲਬ ਸੱਚਾਈ ਤੱਕ ਸਾਨੂੰ ਪਹੁੰਚਾਉਣ ਦਾ ਮਦਦ ਕਰਦੀ ਹੈ ਹਾਈਪੋਥੇਸਿਸ। ਅਤੇ ਇਸ ਦਾ ਸਹਾਰਾ ਲੈ ਕੇ ਖੋਜਕਰਤਾ ਜ਼ਰੂਰੀ, ਉਪਯੋਗੀ, ਅਸਲੀ ਤੱਥਾਂ ਦਾ ਵਿਸ਼ਲੇਸ਼ਣ ਕਰਦਾ ਹੈ। ਬਿਨਾਂ ਭਟਕੇ ਜਿਹੜਾ ਹੈਗਾ ਉਹ ਅਸਲੀ ਆਪਣੀ ਮੰਜ਼ਿਲ ਤੱਕ, ਨਿਸ਼ਕਰਸ਼ ਤੱਕ ਪਹੁੰਚ ਜਾਂਦਾ ਹੈ ਅਤੇ ਸੱਚ ਗਲਤ ਦਾ ਜਿਹੜਾ ਹੈਗਾ ਉਹ ਉਸਨੂੰ ਪ੍ਰਮਾਣਿਤ ਕਰਦਾ ਹੈ ਕਿ ਜਿਹੜਾ ਮੈਂ ਹਾਈਪੋਥੇਸਿਸ ਬਣਾਇਆ ਸੀ ਸਹੀ ਹੈ ਜਾਂ ਗਲਤ। ਠੀਕ ਹੈ, ਉਸ ਤੋਂ ਬਾਅਦ 'ਚ ਇਹ ਖੋਜ ਨੂੰ ਕੀ ਕਰਦੀ ਹੈ, ਡੈਫੀਨੇਟਰੀ ਦੇ ਦਿੰਦੀ ਹੈਗੀ ਹੈ ਕਿ ਅਸੀਂ ਜਿਹੜਾ ਸੁਨਿਸ਼ਚਿਤ ਹੋ ਜਾਂਦੇ ਹਾਂ ਕਿ ਹਾਂਜੀ ਅਸੀਂ ਇਸ ਚੀਜ਼ ਦਾ ਇਹ ਐਜ਼ਿਊਮ ਕੀਤਾ ਸੀ, ਇਹ ਸੱਚ ਨਿਕਲਿਆ, ਸਾਡੀ ਜਿਹੜੀ ਥਿੰਕਿੰਗ ਸੀ ਉਹ ਗਲਤ ਹੈ ਜਾਂ ਸੱਚ ਹੈ, ਸਹੀ ਹੈ। ਤਾਂ ਇਹ ਸਾਨੂੰ
ਭਟਕਾਉਂਦੀ ਨਹੀਂ ਹੈਗੀ, ਸਾਡਾ ਤਾਕਤ ਸਮਾਂ ਸਾਧਨ ਵੇਸਟ ਨਹੀਂ ਕਰਦੀ, ਖਰਚੇ ਨੂੰ ਵੀ ਸਾਡੇ ਨੂੰ ਵੇਸਟ ਨਹੀਂ ਕਰਦੀ। ਸਿਰਫ ਔਰ ਸਿਰਫ ਅਸੀਂ ਆਪਣੇ ਹਾਈਪੋਥੇਸਿਸ ਤੇ ਚੱਲਦੇ ਹਾਂ, ਉਹਨਾਂ ਤੱਥਾਂ ਤੇ ਹੀ ਕੇਂਦਰਿਤ ਰਹਿੰਦੇ ਹਾਂ ਜਿਹੜੇ ਕਿ ਉਦੇਸ਼ ਲਈ ਖੋਜ ਦੀ ਉਦੇਸ਼ ਦੇ ਲਈ ਜ਼ਰੂਰੀ ਨੇ, ਅਤੇ ਅਸੀਂ ਕਿਸ ਚੀਜ਼ ਦੀ ਖੋਜ ਕਰ ਰਹੇ ਹਾਂ। ਠੀਕ ਹੈ, ਸੋ ਪਰਿਕਲਪਨਾਵਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕੀ ਨੇ ਕਿ ਕੁਝ ਜਿਹੜੀਆਂ ਪਰਿਕਲਪਨਾਵਾਂ ਹੁੰਦੀਆਂ ਨੇ ਉਹ ਹੋਮੋਜੀਨੀਅਸ ਦੇ ਉੱਤੇ ਹੁੰਦੀਆਂ ਨੇ, ਜਿਹੜੀ ਯੂਨੀਫਾਰਮਿਟੀ ਤੇ ਹੁੰਦੀਆਂ ਨੇ। ਇਹ ਉਹ ਪਰਿਕਲਪਨਾਵਾਂ ਹੁੰਦੀਆਂ ਨੇ ਜਿਹੜੀਆਂ ਕਾਮਨ ਸੈਂਸ, ਅਸੀਂ ਆਪਣੀ ਕਾਮਨ ਸੈਂਸ ਯੂਜ਼ ਕਰਕੇ ਜਿਹੜੀ ਹੈਗੀ ਹੈ ਵਿਗਿਆਨਕ ਜਾਂਚ ਦੀ ਪ੍ਰਤੀਨਿਧਤਾ ਦੇ ਅਕੋਰਡਿੰਗ ਜਿਹੜੀ ਹੈਗੀ ਆ ਅਸੀਂ ਕਰਦੇ ਹਾਂ, ਅਤੇ ਜਿਸ ਚੀਜ਼ ਦਾ ਸਾਨੂੰ ਪਤਾ ਹੈ ਅਤੇ ਸਮਝ 'ਚ ਆਈ ਹੋਈ ਚੀਜ਼ ਦੀ ਅਸੀਂ ਜਿਹੜੀ ਹੈਗੀ ਲਾਈਕ ਸਾਨੂੰ ਥੋੜ੍ਹਾ ਬਹੁਤਾ ਇਸ ਚੀਜ਼ ਦਾ ਪਤਾ ਹੁੰਦਾ ਹੈ, ਅਤੇ ਸਮਾਜਿਕ ਜੇ ਅਸੀਂ ਗੱਲ ਕਰੀਏ ਸਮਾਜਿਕ ਖੋਜ ਦੀ, ਤਾਂ ਸਾਡੀ ਸਮਝ ਵਿੱਚ ਆਈ ਹੋਈ ਜਿਹੜੀ ਹੁੰਦੀ ਹੈ ਇਹ ਸਮੱਸਿਆ ਹੁੰਦੀ ਹੈ। ਉਸ ਤੋਂ ਬਾਅਦ ਹੈਗਾ ਕਿ ਇਸ ਤਰ੍ਹਾਂ ਦੇ ਖੇਤਰਾਂ ਦਾ ਸਰਵੇਖਣ ਕੀਤਾ ਜਾਂਦਾ ਹੈ ਕਿ ਜੋ ਆਮ ਸਮਝ ਵਿੱਚ ਆਈ ਹੋਈ ਸਮੱਸਿਆ ਦੀ ਪ੍ਰਤੀਨਿਧਤਾ ਕਰਦੇ, ਜਿਹੜੀ ਸਮੱਸਿਆ ਸਾਨੂੰ ਪਤਾ ਹੈ ਅਤੇ ਅਸੀਂ ਫੇਸ ਕਰਦੇ ਹਾਂ, ਤਾਂ ਉਸ ਦੇ ਅਕੋਰਡਿੰਗ ਐਕਸਪੀਰੀਅੰਸ ਦੇ ਅਕੋਰਡਿੰਗ ਹੁੰਦੇ ਆ। ਅਤੇ ਇਹ ਕਿਉਂਕਿ ਪ੍ਰਮਾਣਿਕਤਾ ਵੈਰੀਫਿਕੇਸ਼ਨ 'ਤੇ ਜ਼ੋਰ ਨਹੀਂ ਦਿੰਦੇ, ਕਿਉਂਕਿ ਆਲਰੇਡੀ ਆਪਾਂ ਨੂੰ ਇਹ ਪਤਾ ਹੁੰਦਾ ਕਿ ਇਹ ਚੀਜ਼ ਦਾ ਇਹ ਆਨਸਰ ਆਉਣ ਵਾਲਾ ਹੈ, ਤਾਂ ਆਪਾਂ ਬਿਲਕੁਲ ਜਿਹੜਾ ਹੈਗਾ ਉਸ ਦਾ ਪਤਾ ਹੁੰਦਾ। ਕੁਝ ਕੁ ਪਰਿਕਲਪਨਾਵਾਂ ਕੀ ਹੁੰਦੀਆਂ ਨੇ ਕਿ ਕੁਝ ਹਾਈਪੋਥੇਸਿਸ ਜਿਹੜੇ ਹੁੰਦੇ ਨੇ ਆਈਡੀਅਲ ਕੰਪਲੈਕਸ ਆਈਡੀਅਲ ਟਾਈਪਸ ਹੁੰਦੇ ਨੇ, ਜਿਨ੍ਹਾਂ ਬਾਰੇ ਸਾਨੂੰ ਬਿਲਕੁਲ ਨਹੀਂ ਪਤਾ ਹੁੰਦਾ, ਅਸੀਂ ਸਿਰਫ ਲੌਜਿਕਸ ਲਗਾਉਂਦੇ ਹਾਂ, ਟੂਲਸ ਲਗਾਉਂਦੇ ਹਾਂ। ਠੀਕ ਹੈ, ਸੋ ਪਹਿਲੇ ਵਾਲੀ 'ਚ ਤਾਂ ਸੀਗਾ ਕਿ ਸਾਨੂੰ ਪਹਿਲਾਂ ਪਤਾ ਹੁੰਦਾ ਹੈਗਾ ਥੋੜ੍ਹਾ ਬਹੁਤ ਉਹਦੇ ਬਾਰੇ, ਅਤੇ ਸਾਨੂੰ ਇਹ ਪਤਾ ਹੁੰਦਾ ਕਿ ਆਪਣੀ ਕਾਮਨ ਸੈਂਸ ਜਿਹੜੀ ਹੁੰਦੀ ਹੈ ਯੂਜ਼ ਕਰਦੇ ਕਿ ਹਾਂਜੀ ਇਹ ਚੀਜ਼ ਗਲਤ ਹੋ ਰਹੀ ਹੈ। ਉਸ ਤੋਂ ਬਾਅਦ ਹੈਗਾ ਕਿ ਕੰਪਲੈਕਸ ਚੀਜ਼ ਦੇ ਉੱਤੇ ਕਿ ਜਿਹੜੀ ਸਾਨੂੰ ਪਤਾ ਹੀ ਨਹੀਂ ਹੈ, ਅਸੀਂ ਲੌਜਿਕ ਲਗਾਉਣੇ ਨੇ ਅਤੇ ਇਹ ਦੇਖਣਾ ਕਿ ਇਹ ਚੀਜ਼ ਸਹੀ ਹੈ ਜਾਂ ਗਲਤ ਹੈ। ਉਸ ਤੋਂ ਬਾਅਦ 'ਚ ਹੈ ਕਿ ਕੁਝ ਜਿਹੜੀਆਂ ਵਿਸ਼ਲੇਸ਼ਣ ਦੇ ਉੱਤੇ ਡਿਪੈਂਡ ਹੁੰਦੀਆਂ ਨੇ ਕਿ ਕੰਪਲੈਕਸ ਪਲੱਸ ਅਬਸਟਰੈਕਟ, ਜਿਹੜੀ ਚੀਜ਼ ਸਾਨੂੰ ਬਿਲਕੁਲ ਹੀ ਨਹੀਂ ਪਤਾ ਉਸ ਦੀ ਆਪਾਂ ਨੇ ਜਿਹੜੀ ਹੈਗੀ ਹੈ ਹਾਈਪੋਥੇਸਿਸ ਬਣਾਉਣਾ। ਲਾਈਕ ਸਾਨੂੰ ਆਪਣੇ ਦੇਸ਼ ਬਾਰੇ ਤਾਂ ਪਤਾ ਹੈ, ਠੀਕ ਹੈ, ਅਗਰ ਫਸਟ ਵਾਲੇ ਹਾਈਪੋਥੇਸਿਸ ਦੇ ਵਿੱਚ ਆਪਾਂ ਗੱਲ ਕਰੀਏ ਕਿ ਪਹਿਲੇ ਸਾਡੇ ਦੇਸ਼ ਦੇ ਬਾਰੇ ਗੱਲ ਕਰੀਏ ਕਿ ਪਰਿਵਾਰਜਨ ਦੇ ਕਿੰਨੇ ਕੁ ਢੰਗ ਵਰਤੇ ਜਾਂਦੇ, ਤਾਂ ਸਾਨੂੰ ਓਬਵੀਅਸ ਜੀ ਗੱਲ ਹੈਗੀ ਕਿ ਸਾਨੂੰ ਪਤਾ ਇੰਡੀਆ 'ਚ ਕਿਹੜੇ ਕਿਹੜੇ ਵਰਤੇ ਜਾਂਦੇ ਆ। ਲੇਕਿਨ ਅਗਰ ਆਪਾਂ ਨੂੰ ਕੋਈ ਪੁੱਛੇ ਕਿ ਪਛੜੇ ਦੇਸ਼ਾਂ ਦੇ ਵਿੱਚ ਜਾਂ ਫਿਰ ਪੱਛਮੀ ਦੇਸ਼ਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਯੂਜ਼ ਹੁੰਦੀ ਹੈ, ਤਾਂ ਸਾਨੂੰ ਨਹੀਂ ਪਤਾ ਲੱਗੇਗਾ। ਤਾਂ ਆਪਾਂ ਕੀ ਹੈ, ਇੱਕ ਤਾਂ ਕੰਪਲੈਕਸ ਹੈ ਆਪਣੇ ਕੋਲੇ ਹਾਈਪੋਥੇਸਿਸ, ਇੱਕ ਜਿਹੜਾ ਹੈ ਐਬਸਟਰੈਕਟ, ਜਿਹੜੀ ਚੀਜ਼ ਸਾਨੂੰ ਪਤਾ ਹੀ ਨਹੀਂ ਹੈਗੀ ਉਸ ਦੇ ਬਾਰੇ, ਕਿਉਂਕਿ ਪਛੜੇ ਦੇਸ਼ਾਂ ਦਾ ਸਾਨੂੰ ਕੀ ਪਤਾ, ਪੱਛਮੀ ਦੇਸ਼ਾਂ ਦਾ ਸਾਨੂੰ ਕੀ ਪਤਾ, ਥੋੜ੍ਹਾ ਬਹੁਤ ਅਸੀਂ ਐਜ਼ਿਊਮ ਕਰ ਸਕਦੇ ਹਾਂ ਲੇਕਿਨ ਇੰਨਾ ਐਜ਼ਿਊਮ ਨਹੀਂ ਕਰ ਸਕਦੇ, ਤਾਂ ਉਹਨਾਂ ਚੀਜ਼ਾਂ ਦੇ ਵੱਲ ਜਾਣਾ। ਠੀਕ ਹੈ, ਫਿਰ ਅਸੀਂ ਕੀ ਕਰਾਂਗੇ, ਫਰਟੀਲਿਟੀ ਉਹਨਾਂ ਦੀ ਦੇਸ਼ ਦੀ ਦੇਖਾਂਗੇ, ਇੱਕ ਅਦੇ ਦੇਸ਼ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਸੋ ਇੱਦਾਂ ਜਿਹੜਾ ਹੈਗਾ ਪਰਿਕਲਪਨਾ ਦਾ ਨਿਰਮਾਣ ਹੁੰਦਾ ਹੈ। ਸੋ ਹੋਪ ਤੁਹਾਨੂੰ ਇਹ ਵੀਡੀਓ ਸਮਝ ਆ ਗਿਆ ਹੋਵੇਗਾ। ਸੋ ਮਿਲਦੇ ਨਵੇਂ ਵੀਡੀਓ ਦੇ ਨਾਲ, ਧੰਨਵਾਦ।